ਪਿੱਛੇ ਤੁਸੀਂ ਦੇਖ ਰਹੇ ਹੋਣੇ ਆ ਇਹ ਐਂਬੂਲੈਂਸ ਐਮਰਜੈਂਸੀ ਸਰਵਿਸ 108 ਹੈਗੀ ਆ। ਇਸ ਤਰ੍ਹਾਂ ਦੀ ਐਂਬੂਲੈਂਸ ਤੁਸੀਂ ਪੰਜਾਬ ਵਿੱਚ ਜਗ੍ਹਾ ਜਗ੍ਹਾ ਖੜੀਆਂ ਦੇਖੀਆਂ ਹੋਣੀਆਂ। ਇਸ ਤਰ੍ਹਾਂ ਦੀਆਂ 325 ਐਂਬੂਲੈਂਸ ਹੈਗੀਆਂ ਜਿਹੜੀ ਕਿ ਪੰਜਾਬ ਵਿੱਚ ਘੁੰਮ ਰਹੀਆਂ ਔਰ ਫ੍ਰੀ ਸਰਵਿਸ ਦਿੰਦੀਆਂ। ਇਹ ਕਿਸੇ ਤਰ੍ਹਾਂ ਦੀ ਵੀ ਕੋਈ ਐਮਰਜੈਂਸੀ ਹੋ ਜੇ ਤੇ ਤੁਹਾਨੂੰ ਐਂਬੂਲੈਂਸ ਦੀ ਲੋੜ ਪਵੇ ਤਾਂ ਸਭ ਤੋਂ ਪਹਿਲਾਂ ਜਿਹੜੀ ਸਹਾਇਤਾ ਪਹੁੰਚਦੀ ਆ ਉਹ ਇਸੀ ਐਂਬੂਲੈਂਸ ਦੀ ਪਹੁੰਚਦੀ ਹੈ। 108 ਨੰਬਰ ਤੇ ਇਹ ਐਂਬੂਲੈਂਸ ਮਿਲਦੀ ਆ ਔਰ ਫ੍ਰੀ ਸਰਵਿਸ ਹੈ। ਇਹ ਐਂਬੂਲੈਂਸ ਪੇਸ਼ੈਂਟਸ ਨੂੰ ਉਸਦੇ ਮੌਕੇ ਤੋਂ ਲੈ ਕੇ ਉਹਨੂੰ ਹਸਪੀਟਲ ਪਹੁੰਚਾਉਣ ਦਾ ਕੰਮ ਕਰਦੀ ਆ। ਔਰ ਇਸ 'ਚ ਵਧੀਆ ਗੱਲ ਇਹ ਹੈ ਕਿ ਇਸ ਐਂਬੂਲੈਂਸ ਨੇ ਮਤਲਬ ਇਸ ਐਂਬੂਲੈਂਸ ਸਰਵਿਸ ਨੇ ਪਿਛਲੇ 11 ਸਾਲਾਂ 'ਚ 25 ਲੱਖ ਤੋਂ ਵੱਧ ਪੇਸ਼ੈਂਟ ਜਿਹੜੇ ਆ ਉਹ ਜ਼ਰੂਰਤਮੰਦ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਔਰ ਉਹਨਾਂ ਦੀਆਂ ਜਾਨਾਂ ਬਚਾਈਆਂ। ਇਹ ਇੱਕ ਬਹੁਤ ਵੱਡੀ ਗੱਲ ਹੈਗੀ ਆ। ਔਰ ਸਾਡੇ ਨਾਲ ਮਨੀਸ਼ ਬੱਤਰਾ ਜੀ ਆ ਜਿਹੜੇ ਕਿ ਪੰਜਾਬ ਸਟੇਟ ਹੈੱਡ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਮਨੀਸ਼ ਜੀ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਵੀ 11 ਸਾਲਾਂ 'ਚ 25 ਲੱਖ ਪੇਸ਼ੈਂਟਸ ਨੂੰ ਹਸਪੀਟਲ ਪਹੁੰਚਾਇਆ। ਇੱਕ ਇਹ ਬਹੁਤ ਵੱਡੀ ਫਿਗਰ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਨਾਲ ਪਹਿਲੇ ਤਾਂ ਧੰਨਵਾਦ ਜੀ ਇਸ ਅਚੀਵਮੈਂਟ ਨੂੰ ਜੋ ਪੰਜਾਬ ਦੇ ਲੋਕਾਂ ਦੀ 108 ਐਂਬੂਲੈਂਸ ਦੁਆਰਾ ਸੇਵਾ ਕੀਤੀ ਜਾ ਰਹੀ ਹੈ ਉਸ ਚੀਜ਼ ਨੂੰ ਕਵਰ ਕਰਨ ਵਾਸਤੇ ਆਪ ਜੀ ਨੇ ਆਪਦਾ ਟਾਈਮ ਕੱਢਿਆ। 108 ਐਂਬੂਲੈਂਸ ਦੇ ਬੇੜੇ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਜੋ ਪੰਜਾਬ ਦੇ ਲੋਕਾਂ ਲਈ ਚਲਾਈ ਜਾ ਰਹੀ ਸੇਵਾ ਹੈ 108 ਐਂਬੂਲੈਂਸ, ਇਹਦੇ ਵਿੱਚ ਅੱਜ ਦੀ ਘੜੀ ਦੇ ਵਿੱਚ 325 ਗੱਡੀਆਂ ਕੰਮ ਕਰ ਰਹੀਆਂ ਨੇ। 325 ਗੱਡੀਆਂ ਦੇ ਵਿੱਚੋਂ ਦੀ 300 BLS ਤੇ 25 ALS ਐਂਬੂਲੈਂਸ ਸੇਵਾ ਦੇ ਰਹੀਆਂ ਨੇ। ਇਹ ਪੰਜਾਬ ਦੇ BLS ਤੇ ALS ਦਾ ਕੀ ਫਰਕ ਹੈ, ਥੋੜ੍ਹਾ ਦੱਸ ਦਿਓ। BLS ਦਾ ਸਟੈਂਡ ਕਰਦੀ ਹੈ ਬੇਸਿਕ ਲਾਈਫ ਸਪੋਰਟ ਔਰ ALS ਸਟੈਂਡ ਕਰਦੀ ਹੈ ਐਡਵਾਂਸ ਲਾਈਫ ਸਪੋਰਟ। ਆਪਾਂ ਹਾਲ ਫਿਲਹਾਲ ਜੋ ਗੱਡੀ ਦੇਖ ਰਹੇ ਹਾਂ ਇਹ ਇੱਕ ਬੇਸਿਕ ਲਾਈਫ ਸਪੋਰਟ ਐਂਬੂਲੈਂਸ ਹੈ। ਬੇਸਿਕ ਲਾਈਫ ਸਪੋਰਟ ਐਂਬੂਲੈਂਸ ਦੇ ਵਿੱਚ ਆਕਸੀਜਨ ਤੋਂ ਲੈ ਕੇ ਲਾਈਫ ਸੇਵਿੰਗ ਡਰੱਗਸ ਤੱਕ, ਇੰਜੈਕਸ਼ਨਸ, ਮੈਡੀਸਿਨਸ, ਆਕਸੀਜਨ ਦੀ ਅਵੇਲੇਬਿਲਿਟੀ, ਸਕਸ਼ਨ ਮਸ਼ੀਨ ਔਰ ਦੂਸਰੇ ਇਕਵਿਪਮੈਂਟ ਜੋ ਕਿ ਲਾਈਫ ਸੇਵਿੰਗ ਵਾਸਤੇ ਰਿਕੁਆਇਰਮੈਂਟ ਹੈ ਸਾਰੇ ਮੌਜੂਦ ਰਹਿੰਦੇ ਨੇ। ਐਡਵਾਂਸ ਲਾਈਫ ਸਪੋਰਟ ਦੇ ਵਿੱਚ ਵੈਂਟੀਲੇਟਰ ਤੇ ਡੀਫਿਬਰੀਲੇਟਰ ਦੀ ਇੱਕ ਐਕਸਟਰਾ ਫੈਸਿਲਿਟੀ ਅਵੇਲੇਬਲ ਰਹਿੰਦੀ ਹੈ ਤਾਂ ਕਿ ਆਪਾਂ ਉਹਨਾਂ ਨੂੰ ਜਿਹਦੇ ਨਾਲ ਆਪਾਂ ਉਹਨਾਂ ਨੂੰ ਚੱਲਦਾ ਫਿਰਦਾ ICU ਵੀ ਕਹਿ ਸਕਦੇ ਹਾਂ। ਇਹ ਐਡਵਾਂਸ ਲਾਈਫ ਸਪੋਰਟ ਹੈ। 25 ਗੱਡੀਆਂ ALS ਤੇ 300 ਗੱਡੀਆਂ BLS ਅੱਜ ਪੰਜਾਬ ਦੇ 108 ਦੇ ਬੇੜੇ ਦੇ ਵਿੱਚ ਸ਼ਾਮਿਲ ਨੇ ਜਿਹੜੀਆਂ ਲੋਕਾਂ ਦੀ ਸੇਵਾ ਦੇ ਰਹੀਆਂ ਨੇ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹਰੇਕ ਕੋਨਾ ਪੰਜਾਬ ਦਾ ਕਵਰ ਕਰਦੇ ਹੋਏ 108 ਐਂਬੂਲੈਂਸ ਸੇਵਾ ਆਪਦੀ ਦੇ ਰਹੀ ਹੈ। ਅੱਜ ਤੱਕ ਅਗਰ ਆਪਾਂ ਗੱਲ ਕਰੀਏ 2011 ਤੋਂ ਲੈ ਕੇ ਹੁਣ ਤੱਕ 25 ਲੱਖ ਤੋਂ ਜ਼ਿਆਦਾ ਲੋਕਾਂ ਨੂੰ 108 ਐਂਬੂਲੈਂਸ ਆਪਦੀ ਸੇਵਾ ਦੇ ਚੁੱਕੀ ਹੈ, ਜਿਨ੍ਹਾਂ ਵਿੱਚ 7.61 ਲੱਖ ਪ੍ਰੈਗਨੈਂਸੀ ਪੇਸ਼ੈਂਟ, 2.20 ਲੱਖ ਤੋਂ ਜ਼ਿਆਦਾ ਐਕਸੀਡੈਂਟ ਪੇਸ਼ੈਂਟ ਨੂੰ 108 ਐਂਬੂਲੈਂਸ ਰਾਹੀਂ ਸੇਵਾ ਦਿੱਤੀ ਗਈ ਹੈ। ਅੱਜ ਆਪਾਂ ਮੋਹਾਲੀ ਜ਼ਿਲ੍ਹੇ ਵਿੱਚ ਖੜ੍ਹੇ ਹਾਂ ਤਾਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਮੋਹਾਲੀ ਜ਼ਿਲ੍ਹੇ ਦੇ ਵਿੱਚ 2011 ਤੋਂ ਲੈ ਕੇ ਹਾਲੇ ਤੱਕ ਚੱਲ ਰਹੀਆਂ ਗੱਡੀਆਂ ਨੇ 1,35,000 ਤੋਂ ਜ਼ਿਆਦਾ ਪੇਸ਼ੈਂਟ ਨੂੰ ਸਰਵਿਸ ਦਿੱਤੀ ਹੈ। ਪਿਛਲੇ 1.5 ਸਾਲ ਦੇ ਵਿੱਚ 23,000 ਤੋਂ ਜ਼ਿਆਦਾ ਪੇਸ਼ੈਂਟ ਨੂੰ 108 ਐਂਬੂਲੈਂਸ ਨੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਸੇਵਾ ਦਿੱਤੀ ਹੈ। ਇਹਨਾਂ 23,000 ਪੇਸ਼ੈਂਟ ਦੇ ਵਿੱਚ 2300 ਤੋਂ ਜ਼ਿਆਦਾ ਪ੍ਰੈਗਨੈਂਸੀ ਕੇਸਿਸ ਤੇ 4600 ਤੋਂ ਜ਼ਿਆਦਾ 2300 ਤੋਂ ਜ਼ਿਆਦਾ ਐਕਸੀਡੈਂਟ ਕੇਸਿਸ ਤੇ 4600 ਤੋਂ ਜ਼ਿਆਦਾ ਪ੍ਰੈਗਨੈਂਸੀ ਕੇਸਿਸ ਦੇ ਵਿੱਚ ਆਪਾਂ ਸੇਵਾ ਦੇ ਚੁੱਕੇ ਹਾਂ। ਕੋਵਿਡ ਕਾਲ ਦੇ ਵਿੱਚ ਵੀ ਲਗਾਤਾਰ ਇਹ ਐਂਬੂਲੈਂਸ ਆਪਦੀ ਸੇਵਾ ਦੇ ਰਹੀ ਸੀ ਤੇ 37,000 ਤੋਂ ਜ਼ਿਆਦਾ ਕੋਵਿਡ ਪੇਸ਼ੈਂਟ ਨੂੰ ਆਪਾਂ 108 ਐਂਬੂਲੈਂਸ ਰਾਹੀਂ ਪੂਰੇ ਪੰਜਾਬ ਦੇ ਵਿੱਚ ਆਪਾਂ ਸੇਵਾ ਦਿੱਤੀ ਹੈ। ਜਿੱਦਾਂ ਤੁਸੀਂ ਪ੍ਰੈਗਨੈਂਸੀ ਕੇਸਿਸ 'ਚ ਵੀ ਤੁਸੀਂ ਸੇਵਾ ਦਿੰਦੇ ਹੋ, ਕਦੀ ਇੱਦਾਂ ਵੀ ਹੋਇਆ ਵੀ ਕਿਸੇ ਪ੍ਰੈਗਨੈਂਸੀ ਲੇਡੀ ਦੀ ਜਿਹੜੀ ਡਿਲੀਵਰੀ ਆ ਉਹ ਐਂਬੂਲੈਂਸ ਦੇ ਵਿੱਚ ਹੀ ਹੋ ਗਈ ਹੋਵੇ? ਜੀ ਇੱਦਾਂ ਕਾਫੀ ਵਾਰ ਹੋ ਜਾਂਦਾ ਹੈ ਜੀ। ਜਦੋਂ ਕੋਈ ਪੇਸ਼ੈਂਟ ਨੂੰ ਆਪਾਂ ਕੋਲ ਆਉਂਦੀ ਹੈ ਆਪਣੇ ਕੋਲੋਂ, ਆਪਣੀ ਗੱਡੀ ਉੱਥੇ ਜਾਂਦੀ ਹੈ, ਉਹਨੂੰ ਘਰੋਂ ਦੀ ਹਸਪੀਟਲ ਲੈ ਕੇ ਜਾਣਾ ਜਾਂ ਕਦੇ ਜ਼ਰੂਰਤ ਦੇ ਅਨੁਸਾਰ ਡਾਕਟਰ ਸਾਹਿਬ ਦੇ ਰੈਫਰ ਕਰਨ ਦੇ ਅਨੁਸਾਰ ਇੱਕ ਛੋਟੇ ਹਸਪੀਟਲ ਤੋਂ ਵੱਡੇ ਹਾਇਰ ਇੰਸਟੀਚਿਊਟ ਲੈ ਕੇ ਜਾਣਾ, ਸਰਕਾਰੀ ਹਸਪੀਟਲ ਵੱਡੇ ਲੈ ਕੇ ਜਾਣਾ, ਤਾਂ ਰਸਤੇ ਦੇ ਵਿੱਚ ਕਈ ਵਾਰੀ ਪੇਸ਼ੈਂਟ ਨੂੰ ਲੇਬਰ ਪੇਨ ਸਟਾਰਟ ਹੋ ਜਾਂਦਾ ਪ੍ਰੈਗਨੈਂਸੀ ਪੇਸ਼ੈਂਟ ਨੂੰ, ਤਾਂ ਉਹਦੇ ਵਿੱਚ ਆਪਣੀ ਗੱਡੀ ਦੇ ਵਿੱਚ ਜੋ ਟ੍ਰੇਨਡ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਸਟਾਫ ਹੈ ਉਹ ਆਪਣੀ ਗੱਡੀ ਦੇ ਵਿੱਚ ਮੌਜੂਦਾ ਡਿਲੀਵਰੀ ਕਿਟ ਤੇ ਬਾਕੀ ਮੈਡੀਸਿਨ ਦੀ ਸਹਾਇਤਾ ਦੇ ਨਾਲ ਉਹਨੇ ਰਸਤੇ ਦੇ ਵਿੱਚ ਡਿਲੀਵਰੀਆਂ ਵੀ ਕਰਵਾਈਆਂ ਹੈ। ਤੇ ਹਾਲ ਤੱਕ ਅਗਰ ਮੈਂ ਗੱਲ ਕਰਾਂ ਤਾਂ ਡਿਲੀਵਰੀ ਕੇਸਿਸ ਦੇ ਵਿੱਚ ਆਪਾਂ ਕਾਫੀ ਡਿਲੀਵਰੀਜ਼ ਆਪਣੀ ਗੱਡੀ 'ਚ ਹੋ ਚੁੱਕੀਆਂ ਜਿਨ੍ਹਾਂ ਵਿੱਚ ਟਵਿੰਸ ਤੱਕ ਵੀ ਡਿਲੀਵਰ ਆਪਣੀ ਗੱਡੀ ਦੇ ਵਿੱਚ ਹੋਏ ਹੈ ਤੇ ਪ੍ਰੋਪਰ ਜੱਚਾ ਬੱਚਾ ਸੁਰੱਖਿਅਤ ਡਿਲੀਵਰੀ ਤੋਂ ਬਾਅਦ ਨਜ਼ਦੀਕੀ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਐਡਮਿਟ ਵੀ ਕਰਾਇਆ ਗਿਆ ਹੈ। ਕੋਈ ਮਿਸਹੈਪਨਿੰਗ ਵੀ ਹੋਈ ਜੱਚਾ ਬੱਚਾ ਦੀ ਕਿਸੇ ਕੇਸ 'ਚ ਇੱਦਾਂ ਵੀ ਹੋਇਆ ਵੀ ਕਿਸੇ ਦੀ ਡੈਥ ਹੋ ਗਈ ਹੋਵੇ ਡਿਲੀਵਰੀ ਕੇਸਿਸ 'ਚ? ਨਹੀਂ, ਡਿਲੀਵਰੀ ਕੇਸਿਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਗੱਡੀ ਦੇ ਵਿੱਚ ਜਿੰਨੀਆਂ ਡਿਲੀਵਰੀਆਂ ਹੋਈਆਂ ਉਦੋਂ ਹਾਲ ਤੱਕ ਇੱਦਾਂ ਦਾ ਕੋਈ ਕੇਸਿਸ ਆਪਣੇ ਸਾਹਮਣੇ ਨਹੀਂ ਆਇਆ ਕਿ ਐਂਬੂਲੈਂਸ ਦੇ ਵਿੱਚ ਜਦੋਂ ਰਸਤੇ ਦੇ ਵਿੱਚ ਕੋਈ ਡਿਲੀਵਰੀ ਹੋਈ ਹੋਵੇ ਤਾਂ ਕੋਈ ਇਸ ਤਰ੍ਹਾਂ ਦੀ ਮਿਸਹੈਪਨਿੰਗ ਹੋਏ। ਹੋਰ ਵੈਸੇ ਕੇਸਿਸ 'ਚ ਤਾਂ ਡੈਥ ਕੇਸ ਤਾਂ ਹੋ ਗਏ ਹੋਣੇ ਵੀ ਹਾਂ ਇਹ ਕੋਈ ਐਕਸੀਡੈਂਟ ਕੇਸ 'ਚ
ਅਸੀਂ ਉਹਨੂੰ ਸੀਰੀਅਸਲੀ ਪਹੁੰਚਾ ਰਹੇ ਹਾਂ, ਪਰ ਜਦੋਂ ਅਸੀਂ ਹਸਪੀਟਲ ਤੱਕ ਪਹੁੰਚੇ ਤਾਂ ਉਸ ਦੀ ਡੈਥ ਹੋ ਗਈ। ਜੀ ਐਦਾਂ ਕਈ ਵਾਰ ਹੋ ਜਾਂਦਾ ਹੈ। ਪੇਸ਼ੈਂਟ ਜਦੋਂ ਕਈ ਵਾਰੀ ਆਪਾਂ ਨੂੰ ਕਾਲ ਕਰਦਾ ਹੈ, ਗੱਡੀ ਉਹਨਾਂ ਕੋਲ ਪਹੁੰਚਦੀ ਹੈ, ਪੇਸ਼ੈਂਟ ਦੀ ਕੰਡੀਸ਼ਨ ਨੂੰ ਸਟੇਬਲ ਕਰਦੇ ਹੋਏ ਆਪਣੀ ਕੋਸ਼ਿਸ਼ ਰਹਿੰਦੀ ਹੈ ਕਿ ਉਹਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਵੇ। ਅਗਰ ਨਜ਼ਦੀਕੀ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਉਂਦੇ ਹੋਏ ਉਹਦੀ ਪੇਸ਼ੈਂਟ ਨੂੰ ਸਟੇਬਲ ਕਰਦੇ ਹੋਏ, ਕਈ ਵਾਰੀ ਛੋਟੇ ਸਰਕਾਰੀ ਹਸਪਤਾਲ ਦੇ ਵਿੱਚ ਨਜ਼ਦੀਕੀ ਹੁੰਦਾ ਹੈ ਤੇ ਉੱਥੇ ਫੈਸਿਲਿਟੀ ਨਾ ਹੋਣ ਕਰਕੇ ਉਹਨੂੰ ਹਾਇਰ ਸੈਂਟਰ ਦੇ ਵਿੱਚ ਜਦੋਂ ਰੈਫਰ ਕੀਤਾ ਜਾਂਦਾ ਹੈ ਤਾਂ ਲੈ ਜਾਂਦੇ ਹੋਏ ਪੇਸ਼ੈਂਟ ਦੀ ਕੰਡੀਸ਼ਨ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਰਸਤੇ ਦੇ ਵਿੱਚ ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ। ਐਦਾਂ ਨਹੀਂ ਹੈ ਕਿ ਬਿਲਕੁਲ ਨਹੀਂ ਐਦਾਂ ਕਦੇ ਕੁਝ ਹੋਇਆ ਤਾਂ, ਪਰ ਆਪਣੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਪੇਸ਼ੈਂਟ ਨੂੰ ਪ੍ਰੋਪਰ ਸਰਵਿਸ ਦਿੰਦੇ ਹੋਏ ਉਹਦੀ ਕੰਡੀਸ਼ਨ ਨੂੰ ਸਟੇਬਲ ਕਰਕੇ ਅਗਲੇ ਜਿਹੜਾ ਆਪਣਾ ਹਸਪੀਟਲ ਹੈ ਉੱਥੇ ਤੱਕ ਉਹਨੂੰ ਪਹੁੰਚਾਇਆ ਜਾਵੇ। ਇੱਕ ਜਿੱਦਾਂ ਤੁਸੀਂ ਕਿਹਾ ਵੀ 25 ਲੱਖ ਪੇਸ਼ੈਂਟਸ ਦੀ ਹੈਲਪ ਕੀਤੀ ਹੈ, ਇੱਕ ਇਹ ਬਹੁਤ ਵੱਡੀ ਫਿਗਰ ਹੈਗੀ ਆ। ਤਾਂ ਕੋਈ ਕੰਪਲੇਂਟਸ ਵੀ, ਕਿਉਂਕਿ ਇਦਾਂ ਹੋ ਨਹੀਂ ਸਕਦਾ 11 ਸਾਲਾਂ 'ਚ ਕੰਪਲੇਂਟਸ ਨਾ ਆਈਆਂ ਹੋਣ। ਜਦੋਂ ਤੁਹਾਡੇ ਕੋਲ ਕੰਪਲੇਂਟਸ ਆਉਂਦੀਆਂ ਤਾਂ ਕਿਸ ਤਰ੍ਹਾਂ ਦੀ ਜਿਹੜੇ ਪੇਸ਼ੈਂਟਸ ਆ ਕੰਪਲੇਂਟਸ ਕਰਦੇ ਆ ਤੇ ਉਹਨੂੰ ਦੂਰ ਕਰਨ ਲਈ ਕੰਪਨੀ ਵੱਲੋਂ ਕੀ ਕੀਤਾ ਜਾ ਰਿਹਾ? ਜੀ, ਕੰਪਲੇਂਟਸ ਦੀ ਅਗਰ ਗੱਲ ਕਰੀਏ, ਆਪਾਂ ਪਬਲਿਕ ਸਰਵਿਸ ਵਿੱਚ ਡੀਲ ਕਰਦੇ ਆ ਤਾਂ ਪਬਲਿਕ ਸਰਵਿਸ ਦੇ ਵਿੱਚ ਕੁਝ ਕੰਪਲੇਂਟਸ ਆਉਂਦੀਆਂ ਵੀ ਹੈ, ਜਿਹਦੇ ਵਿੱਚ ਆਪਾਂ ਸਭ ਨਾਲ ਗੱਲ ਕਰਾਂਗੇ ਤਾਂ ਸਭ ਨਾਲ ਮੇਜਰ ਇਹ ਰਹਿੰਦਾ ਹੈ ਕਿ 108 ਐਂਬੂਲੈਂਸ ਰਾਹੀਂ, ਜਿਵੇਂ ਮੈਂ ਪਹਿਲੇ ਵੀ ਦੱਸਿਆ ਕਿ ਨਜ਼ਦੀਕੀ ਸਰਕਾਰੀ ਹਸਪਤਾਲ ਦੇ ਵਿੱਚ ਲੈ ਜਾਣ ਵਾਸਤੇ ਯੂਜ਼ਰ ਚਾਰਜਸ ਫ੍ਰੀ, ਪੇਸ਼ੈਂਟ ਤੋਂ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਲਿੱਤਾ ਜਾਂਦਾ, ਪਰ ਨਜ਼ਦੀਕੀ ਸਰਕਾਰੀ ਹਸਪਤਾਲ ਲੈ ਜਾਣ ਵਾਸਤੇ ਇਹ ਸੇਵਾ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਉਪਲਬਧ ਕਰਾਈ ਹੈ। ਤਾਂ ਉਹਦੇ ਵਿੱਚ ਕਈ ਵਾਰੀ ਇਹ ਆ ਜਾਂਦਾ ਕਿ ਮੈਨੂੰ ਤਾਂ ਪ੍ਰਾਈਵੇਟ ਹਸਪੀਟਲ ਜਾਣਾ ਹੈ। ਪ੍ਰਾਈਵੇਟ ਹਸਪੀਟਲ ਆਪਾਂ ਅਗਰ ਪੇਸ਼ੈਂਟ ਦੀ ਲਾਈਫ ਥ੍ਰੈਟਨਿੰਗ ਕੰਡੀਸ਼ਨ ਹੈ, ਕ੍ਰਿਟੀਕਲ ਕੰਡੀਸ਼ਨ ਹੈ ਔਰ ਪੇਸ਼ੈਂਟ ਜਾਂ ਉਹਦੇ ਅਟੈਂਡੈਂਟ ਚਾਹੁੰਦੇ ਆ ਕਿ ਆਪਾਂ ਪ੍ਰਾਈਵੇਟ ਜਾਣਾ ਚਾਹੁੰਦੇ ਆ, ਤਾਂ ਆਨਲਾਈਨ ਮੈਡੀਕੇਸ਼ਨ ਡਾਕਟਰ ਨਾਲ ਗੱਲ ਕਰਕੇ ਪ੍ਰੋਪਰ ਤਰੀਕੇ ਨਾਲ ਵਾਈਟਲਸ ਅਪਡੇਟ ਕਰਾ ਕੇ ਅਗਰ ਡਾਕਟਰ ਸਾਹਿਬ ਉਹਨਾਂ ਦੀ ਰਿਕੁਐਸਟ ਨੂੰ ਅਪਰੂਵ ਕਰਦੇ ਆ ਤਾਂ ਉਹਨੂੰ ਪ੍ਰਾਈਵੇਟ ਹਸਪੀਟਲ ਸਰਕਾਰੀ ਤੋਂ ਨਜ਼ਦੀਕ ਹੋਣ ਦੀ ਕੰਡੀਸ਼ਨ ਦੇ ਵਿੱਚ ਉਹਨਾਂ ਨੂੰ ਅਪਰੂਵਲ ਦਿੱਤੀ ਜਾਂਦੀ ਹੈ। ਤਾਂ ਸਭ ਨਾਲ ਜੋ ਮੇਜਰ ਕੰਪਲੇਨ ਆਉਂਦੀ ਹੈ ਉਹ ਪ੍ਰਾਈਵੇਟ ਹਸਪੀਟਲ ਨਾਲ ਲੈ ਜਾਣ ਦੀ ਅਪਰੂਵਲ ਦੇਣ ਦੀ ਆਉਂਦੀ ਹੈ। ਉਸ ਤੋਂ ਇਲਾਵਾ ਵੀ ਕਦੇ ਥੋੜੀ ਬਹੁਤ ਕੰਪਲੇਨਸ ਆਉਂਦੀਆਂ ਹੈ। ਕੰਪਲੇਨ ਕਰਨ ਦਾ ਜੋ ਤਰੀਕਾ ਹੈ ਉਹ ਹੈ ਕਿ 108 ਐਂਬੂਲੈਂਸ ਦੇ ਰਾਹੀਂ ਕੋਈ ਵੀ ਵਿਅਕਤੀ ਜਿਹਨੇ ਕਿਸੇ 108 ਦਾ ਯੂਜ਼ ਕੀਤਾ ਹੋਵੇ ਜਾਂ 108 ਦੇ ਰਾਹੀਂ ਉਹਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਹ 108 ਤੇ ਕੰਪਲੇਨ ਕਰਦਾ ਹੈ। 108 ਤੇ ਹਰੇਕ ਕੋਲ ਰਿਕਾਰਡ ਹੁੰਦੀ ਹੈ। ਜੇ ਅਗਰ ਕੋਈ ਕੰਪਲੇਨ ਆਉਂਦੀ ਹੈ ਤਾਂ ਉਹਦਾ ਪ੍ਰੋਪਰ ਇੱਕ ਕੰਪਲੇਨ ਨੰਬਰ ਟੈਗ ਹੁੰਦਾ ਹੈ। ਉਹ ਕੰਪਲੇਨ ਨੰਬਰ ਬਕਾਇਦਾ ਕਲਸਟਰ ਮੈਨੇਜਰ ਤੋਂ ਲੈ ਕੇ ਆਪਰੇਸ਼ਨ ਮੈਨੇਜਰ ਤੋਂ ਲੈ ਕੇ HR ਮੈਨੇਜਰ ਤੇ ਪ੍ਰੋਜੈਕਟ ਹੈਡ ਸਾਰਾ ਦਾਰਾ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਸਟੈਪ ਬਾਏ ਸਟੈਪ, ਤੇ ਜੋ ਵੀ ਬਣਦੀ ਕਾਰਵਾਈ ਅਗਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਉਹਦੇ ਤੇ ਬਣਦੀ ਕਾਰਵਾਈ ਪ੍ਰੋਪਰ ਕੀਤੀ ਜਾਂਦੀ ਹੈ ਤੇ ਕੰਪਲੇਨਰ ਨੂੰ ਉਹਦਾ ਰੈਜ਼ੋਲੂਸ਼ਨ ਦੀ ਇਨਫੋਰਮੇਸ਼ਨ ਵੀ ਦਿੱਤੀ ਜਾਂਦੀ ਹੈ। ਮਤਲਬ ਸਾਹਿਬ ਕਦੀ ਐਦਾਂ ਵੀ ਹੋਇਆ ਵੀ ਪੇਸ਼ੈਂਟਸ ਲੈ ਕੇ ਜਾ ਰਹੀ ਸੀ, ਕਿਉਂਕਿ ਮਸ਼ੀਨਰੀ ਹੈਗੀ ਆ, ਕਦੀ ਖਰਾਬ ਹੋ ਗਈ, ਐਂਬੂਲੈਂਸ ਖਰਾਬ ਹੋ ਗਈ, ਤੇਲ ਖਤਮ ਹੋ ਗਿਆ, ਗੱਡੀ ਪੈਂਚਰ ਹੋ ਗਈ, ਐਦਾਂ ਦੇ ਵੀ ਇਨਸੀਡੈਂਟ ਹੋਏ ਹੋਣਗੇ? ਦੇਖੋ ਸਭ ਮਸ਼ੀਨਰੀ ਹੈ। ਅਗਰ ਆਪਾਂ ਗੱਲ ਕਰੀਏ ਤਾਂ 2011 ਦੀ ਐਂਬੂਲੈਂਸ ਅੱਜ ਵੀ ਆਪਣੇ ਕੋਲ ਚੱਲ ਰਹੀਆਂ ਹੈ। 2011 ਦੀ ਜਿਹੜੀਆਂ ਗੱਡੀਆਂ ਉਹਨਾਂ ਵਿੱਚੋਂ 55 ਗੱਡੀਆਂ ਅੱਜ ਵੀ ਪੰਜਾਬ ਦੇ 108 ਦੇ ਬੇੜੇ ਦੇ ਵਿੱਚ ਸ਼ਾਮਿਲ ਹੈ। ਤਾਂ ਮੈਂ ਇਹ ਨਹੀਂ ਕਹਿੰਦਾ ਕਿ ਮਸ਼ੀਨਰੀ ਦੇ ਵਿੱਚ ਕਦੇ ਪ੍ਰੋਬਲਮ ਨਹੀਂ ਆਉਂਦੀ, ਪਰ ਅੱਜ ਤੱਕ ਕਦੇ ਪੇਸ਼ੈਂਟ ਦੀ ਜਾਨ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਗਿਆ। ਗੱਡੀ ਦੇ ਵਿੱਚ ਤੇਲ ਖਤਮ ਹੋਣ ਦਾ ਵਾਕਿਆ ਤਾਂ ਆਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਆਪਾਂ ਇਹਦੇ ਵਿੱਚ ਹਮੇਸ਼ਾ ਟੈਂਕ ਫੁੱਲ ਰੱਖਦੇ ਹਾਂ ਹਰ ਕੇਸ ਤੋਂ ਬਾਅਦ, ਜਾਂ ਗੱਡੀ ਅੱਧਾ ਟੈਂਕ ਹੋਣ ਤੋਂ ਪਹਿਲੇ ਹੀ ਗੱਡੀ ਦਾ ਟੈਂਕ ਫੁੱਲ ਕਰਾ ਲਿੱਤਾ ਜਾਂਦਾ ਹੈ। ਤਾਂ ਬਾਕੀ ਮਸ਼ੀਨਰੀ ਹੈ, ਪ੍ਰੋਪਰ ਤਰੀਕੇ ਨਾਲ ਇਹਦੀ ਦੇਖਭਾਲ ਕੀਤੀ ਜਾਂਦੀ ਹੈ, ਤਾਂ ਹੀ 2011 ਤੋਂ ਲੈ ਕੇ ਹਾਲੇ ਤੱਕ ਗੱਡੀਆਂ ਪ੍ਰੋਪਰ ਤਰੀਕੇ ਨਾਲ ਸੜਕ ਤੇ ਕੰਮ ਕਰ ਰਹੀਆਂ ਹਨ। ਅੱਛਾ, ਕੋਈ ਚੇਂਜ ਲਿਆਂਦਾ ਹੋਏਗਾ, ਕਿਉਂਕਿ 11 ਸਾਲ ਬਹੁਤ ਵੱਡਾ ਟਾਈਮ ਪੀਰੀਅਡ ਹੋ ਜਾਂਦਾ ਹੈ, ਕੋਈ ਹੋਰ ਫੈਸਿਲਿਟੀਜ਼ ਦੇਣ ਦੀ ਕੋਸ਼ਿਸ਼ ਚੱਲ ਰਹੀ ਹੋਵੇ ਜਾਂ ਕੁਝ ਚੇਂਜ ਕਰਨ ਦੀ ਕੋਸ਼ਿਸ਼ ਚੱਲ ਰਹੀ ਹੋਵੇ ਤਾਂ ਕਿ ਲੋਕਾਂ ਨੂੰ ਹੋਰ ਬਿਹਤਰ ਸੁਵਿਧਾ ਦਿੱਤੀ ਜਾ ਸਕੇ? ਜੀ, 2011 ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ 2011 ਦੇ ਵਿੱਚ ਜੋ ਟੈਕਨੋਲੋਜੀ ਇੰਟਰੋਡਿਊਸ ਹੋਈ ਸੀ, 2011 ਤੋਂ ਲੈ ਕੇ 2020 ਤੱਕ ਆਪਾਂ ਉਸੇ ਟੈਕਨੋਲੋਜੀ ਦੇ ਨਾਲ ਕੰਮ ਕਰ ਰਹੇ ਸੀ। 2021 ਦੇ ਵਿੱਚ ਜਦੋਂ ਆਫਿਸ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਰਕਪੁਰ ਦੇ ਵਿੱਚ ਸ਼ਿਫਟ ਹੋਇਆ ਤਾਂ ਨਵੀਂ ਟੈਕਨੋਲੋਜੀ 108 ਦੇ ਵਿੱਚ ਇੰਟਰੋਡਿਊਸ ਕੀਤੀ ਗਈ। ਉਸ ਟੈਕਨੋਲੋਜੀ ਦੇ ਰਾਹੀਂ ਅਗਰ ਅੱਜ ਦੀ ਡੇਟ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਹੈਲਪ ਵਾਸਤੇ, ਮੈਡੀਕਲ ਸਹਾਇਤਾ ਵਾਸਤੇ, ਹਸਪੀਟਲ ਜਾਣ ਵਾਸਤੇ ਜਦੋਂ 108 ਤੇ ਕਾਲ ਕਰਦਾ ਹੈ ਤਾਂ ਉਹਦੇ ਤੋਂ ਉਹਨਾਂ ਦੀ ਕੰਸਰਨ ਲੋਕੇਸ਼ਨ ਦੀ ਜਦੋਂ ਜਾਣਕਾਰੀ ਲਿੱਤੀ ਜਾਂਦੀ ਹੈ, ਕੰਸਰਨ ਜ਼ਿਲ੍ਹਾ, ਕੰਸਰਨ ਪੰਚਾਇਤ, ਥਾਣਾ, ਲੋਕੇਸ਼ਨ, ਲੈਂਡਮਾਰਕ ਦੀ ਜਾਣਕਾਰੀ ਲੈਣ ਤੋਂ ਬਾਅਦ ਜੋ ਗੱਡੀਆਂ ਦੇ ਵਿੱਚ GPS ਲੱਗਿਆ ਹੋਇਆ ਹੈ, ਉਸ GPS ਦੇ ਅਕੋਰਡਿੰਗ ਜੋ ਨੀਅਰੈਸਟ ਅਵੇਲੇਬਲ ਗੱਡੀ ਹੈ, ਸਿਸਟਮ ਬਾਏ ਡਿਫਾਲਟ ਕਾਲ ਸੈਂਟਰ ਦੇ ਬੈਠੇ ਐਗਜ਼ੀਕਿਊਟਿਵ ਨੂੰ ਦਿਖਾਉਂਦਾ ਹੈ ਕਿ ਇਹ ਨੀਅਰੈਸਟ ਐਂਬੂਲੈਂਸ ਫ੍ਰੀ ਹੈ। ਪਹਿਲੇ ਮੈਨੂਅਲ ਹੁੰਦਾ ਸੀ ਪਰ ਹੁਣ ਆਟੋਮੇਟਿਡ ਹੋ ਗਿਆ, ਤਾਂ ਉਹਦੇ ਨਾਲ ਆਟੋਮੇਟਿਡ ਹੋਣ ਦੇ ਨਾਲ ਐਗਜ਼ੈਕਟ ਗੱਡੀ ਡਿਸਪੈਚ ਹੁੰਦੀ ਹੈ ਤੇ ਸਭ ਨਜ਼ਦੀਕੀ ਗੱਡੀ ਨੂੰ ਡਿਸਪੈਚ ਹੋਣ ਦੇ ਨਾਲ ਪੇਸ਼ੈਂਟ ਕੋਲ ਜਲਦੀ ਤੋਂ ਜਲਦੀ ਗੱਡੀ ਪਹੁੰਚਦੀ ਹੈ। ਟੈਕਨੋਲੋਜੀ ਅਪਗ੍ਰੇਡ ਹੋਣ ਦੇ ਨਾਲ
ਅਗਰ ਆਪਾਂ ਗੱਲ ਕਰੀਏ ਤਾਂ ਹੁਣ ਗੱਡੀਆਂ ਦੇ ਵਿੱਚ ਸਮਾਰਟਫੋਨ ਵੀ ਦਿੱਤੇ ਗਏ ਨੇ, ਉਹਨਾਂ ਵਿੱਚ ਇੱਕ ਐਪ ਹੈਗੀ ਹੈ। ਉਸ ਐਪ ਦੇ ਰਾਹੀਂ ਉਹ ਗੱਡੀ ਦੇ ਵਿੱਚ ਪੇਸ਼ੈਂਟ ਦੀ ਜੋ ਜਿਹਨੇ ਗੱਡੀ ਮੰਗਾਈ ਹੈ ਉਹਦੀ ਡਿਟੇਲ ਉਹਦੇ ਕੋਲ ਆ ਜਾਂਦੀ ਹੈ, ਕਿੱਥੇ ਮੰਗਾਈ ਹੈ ਉਹਦੇ ਕੋਲ ਆ ਜਾਂਦੀ ਹੈ, ਤਾਂ ਕਮਿਊਨੀਕੇਸ਼ਨ ਦਾ ਟਾਈਮ ਬਚਦਾ ਹੈ। ਪਲੱਸ ਅਗਰ ਡਰਾਈਵਰ ਨੇ ਉੱਥੇ ਜਾਣ ਦਾ ਰਾਹ ਕਨਫਰਮ ਕਰਨਾ ਹੈ, ਉਹਨੂੰ ਅਗਰ ਰਾਹ ਨਹੀਂ ਪਤਾ ਜਾਂ ਕੁਝ ਕਨਫਿਊਜ਼ਨ ਹੈ ਤਾਂ ਉਸ ਐਪ ਦੇ ਰਾਹੀਂ ਮੈਪ ਖੋਲ ਕੇ ਉਹ ਜਿੱਥੇ ਉਹ ਖੜੇ ਨੇ ਉੱਥੋਂ ਦੀ ਜਿੱਥੇ ਪੇਸ਼ੈਂਟ ਨੇ ਗੱਡੀ ਮੰਗਾਈ ਹੈ ਉੱਥੇ ਤੱਕ ਜਾਣ ਦਾ ਰਾਹ ਉਹ ਦੇਖ ਸਕਦੇ ਹੈ। ਐਡੀਸ਼ਨਲੀ ਇੱਕ ਚੀਜ਼ ਹੋਰ ਦੱਸਣਾ ਚਾਹਾਂਗਾ, ਕਾਲਰ ਨੂੰ ਔਨ ਕਾਲ ਕਨਫਰਮੇਸ਼ਨ ਦੇਣ ਦੇ ਨਾਲ ਨਾਲ ਇੱਕ ਮੈਸੇਜ ਵੀ ਜਾਂਦਾ ਹੈ। ਜਿਹੜੇ ਬੰਦੇ ਨੇ 108 ਤੇ ਕਾਲ ਕੀਤੀ ਹੈ ਗੱਡੀ ਦੀ ਸਹਾਇਤਾ ਲੈਣ ਵਾਸਤੇ, ਉਹਨੂੰ ਇੱਕ ਮੈਸੇਜ ਵੀ ਜਾਂਦਾ ਹੈ ਕਾਲ ਦੇ ਨਾਲ ਨਾਲ ਕਿ ਇਹ ਗੱਡੀ ਨੰਬਰ, ਇਹ ਗੱਡੀ ਦਾ ਮੋਬਾਈਲ ਨੰਬਰ ਆਪ ਜੀ ਕੋਲ ਇਸ ਸੇਵਾ ਵਾਸਤੇ ਆ ਰਹੀ ਹੈ। ਨਾਲੇ ਇੱਕ ਉਹਦੇ 'ਚ ਲਿੰਕ ਹੁੰਦਾ ਹੈ, ਉਸ ਲਿੰਕ ਤੇ ਕਲਿੱਕ ਕਰਕੇ ਉਹ ਇਹ ਦੇਖ ਸਕਦੇ ਆ ਕਿ ਮੈਨੂੰ ਜਿਹੜੀ ਗੱਡੀ ਅਸਾਈਨ ਕੀਤੀ ਗਈ ਹੈ ਉਹ ਇਸ ਟਾਈਮ ਕਿੱਥੇ ਹੈ ਤੇ ਕਿੰਨੇ ਸਮੇਂ ਦੇ ਵਿੱਚ ਮੇਰੇ ਕੋਲ ਪਹੁੰਚ ਰਹੀ ਹੈ। ਇੱਕ ਹੋਰ ਗੱਲ ਸੀ, ਕੋਈ ਜਨਰਲ ਮਤਲਬ ਕਿ ਇੱਕ ਤਾਂ ਐਮਰਜੈਂਸੀ ਪੇਸ਼ੈਂਟ ਹੋ ਗਿਆ, ਐਮਰਜੈਂਸੀ ਲਈ ਆਉਂਦੇ ਆ, ਕਈ ਇੱਦਾਂ ਦੇ ਵੀ ਲੋਕੀ ਹੋਣੇ ਆ ਸ਼ਰਾਰਤੀ ਤੱਤਵ, ਜਿੱਦਾਂ OPD 'ਚ ਜਾਣਾ, ਮੰਨ ਲੀਜੀਏ ਜਨਰਲ ਚੈੱਕਅਪ ਲਈ ਜਾਣਾ, ਉਹ ਕਹਿੰਦਾ ਵੀ ਚੱਲ ਯਾਰ ਬੱਸ 'ਤੇ ਕੀ ਧੱਕੇ ਖਾਣੇ ਜਾਂ ਆਟੋ 'ਤੇ ਕੀ ਜਾਣੇ, ਉਹਨਾਂ ਨੇ ਐਂਬੂਲੈਂਸ ਸਰਵਿਸ ਜਿਹੜੀ ਆ ਕਾਲ ਕਰ ਲਈ। ਕੋਈ ਇੱਦਾਂ ਦੀ ਵੀ ਘਟਨਾ ਹੋਈ ਹੈ? ਮੈਂ ਆਪ ਜੀ ਨੂੰ ਅਪਡੇਟ ਕਰਨਾ ਚਾਹਾਂਗਾ ਕਿ ਜਦੋਂ ਇੱਕ ਕਾਲਰ ਕਾਲ ਕਰਦਾ ਹੈ ਤਾਂ ਸਭ ਨਾਲ ਪਹਿਲੇ ਉਹਦੀ ਕਾਲ ਦੀ ਅਸੈਸਮੈਂਟ ਕੀਤੀ ਜਾਂਦੀ ਹੈ ਕਿ ਉਹਨੂੰ ਕਿਸ ਤਰ੍ਹਾਂ ਦੀ ਕੰਪਲੇਨ ਹੈ। ਐਕਸੀਡੈਂਟ ਕੇਸਿਸ ਵਗੈਰਾ ਦੇ ਵਿੱਚ ਤਾਂ ਅਸੈਸਮੈਂਟ ਘੱਟ ਹੁੰਦੀ ਹੈ, ਬਾਕੀ ਕੇਸਿਸ ਦੇ ਵਿੱਚ ਆਪਾਂ ਅਸੈਸਮੈਂਟ ਕਰਦੇ ਹਾਂ ਪ੍ਰੋਪਰ ਤਰੀਕੇ ਨਾਲ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਐਮਰਜੈਂਸੀ ਹੈ, ਕੀ ਪ੍ਰੋਬਲਮ ਆ ਰਹੀ ਹੈ, ਕਿੱਥੇ ਉਹ ਹੈਗੇ ਨੇ ਔਰ ਨਜ਼ਦੀਕੀ ਕਿੱਥੇ ਜਾਣਾ ਹੈ। ਕਿਉਂਕਿ ਡਾਇਰੈਕਟ ਬਹੁਤ ਲੰਬੀ ਦੂਰੀ ਦਾ ਕੇਸ ਨਹੀਂ ਲੈ ਕੇ ਜਾਇਆ ਜਾਂਦਾ, ਕਿਉਂਕਿ ਪੇਸ਼ੈਂਟ ਅਗਰ ਐਮਰਜੈਂਸੀ 'ਚ 108 ਤੇ ਕਾਲ ਕਰ ਰਿਹਾ ਹੈ ਤਾਂ ਉਹਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਦੇ ਵਿੱਚ ਲੈ ਜਾਇਆ ਜਾਂਦਾ ਹੈ। ਉਹਦੇ ਵਿੱਚ ਵੀ ਉਹਦੀ ਅਸੈਸਮੈਂਟ ਹੁੰਦੀ ਹੈ ਕਿ ਉਹਨਾਂ ਦੀ ਐਮਰਜੈਂਸੀ ਕੀ ਹੈ। ਔਰ ਇਸ ਤਰ੍ਹਾਂ ਦੇ ਅਗਰ ਆਪਾਂ ਗੱਲ ਕਰ ਰਹੇ ਹਾਂ ਕਿ ਨੌਨ ਐਮਰਜੈਂਸੀ ਕੇਸਿਸ ਤਾਂ ਕੁਛ ਇੱਕ ਆ ਜਾਂਦੇ ਹੈ, ਕੁਛ ਇੱਕ ਇਨਕੁਆਇਰੀ ਵਾਸਤੇ ਕਾਲ ਵੀ ਆ ਜਾਂਦੀਆਂ ਹੈ। ਐਸੇ ਕਰਕੇ ਆਪਾਂ ਪਹਿਲੇ ਇਹਦੇ ਤੇ ਇੱਕ IVR ਵੀ ਲਗਾਇਆ ਹੋਇਆ ਹੈ ਕਿ ਇਹ 108 ਐਮਰਜੈਂਸੀ ਸੇਵਾ ਕਾਲ ਹੈ ਔਰ ਇਹ ਪ੍ਰੋਪਰ ਰਿਕਾਰਡ ਕੀਤੀ ਜਾਂਦੀ ਹੈ। ਤੇ ਮੈਂ ਆਪ ਜੀ ਦੇ ਰਾਹੀਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ 108 ਐਂਬੂਲੈਂਸ ਦੀ ਹੈਲਪਲਾਈਨ ਨੂੰ ਨੌਨ ਐਮਰਜੈਂਸੀ ਕੇਸਾਂ ਵਾਸਤੇ ਜਾਂ 108 ਦੀ ਐਂਬੂਲੈਂਸ ਦੀ ਆਵਸ਼ਕਤਾ ਨਾ ਹੋਣ ਤੇ ਕਿਸੇ ਦੂਸਰੀ ਨਾਜਾਇਜ਼ ਕਾਲ ਵਾਸਤੇ ਉਹਨੂੰ ਬਿਜ਼ੀ ਨਾ ਕੀਤਾ ਜਾਵੇ, ਤਾਂ ਕਿ ਜ਼ਰੂਰਤਮੰਦ ਇਨਸਾਨ ਨੂੰ ਜ਼ਰੂਰਤ ਪੈਣ ਤੇ ਉਹਦੀ ਕਾਲ ਵੇਟਿੰਗ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦੇ ਵਿੱਚ ਉਹ ਨਾ ਆਉਣ। ਚਲੋ ਥੈਂਕ ਯੂ ਸਰ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਮਨੀਸ਼ ਬਤਰਾ ਜੀ ਨੇ ਇੱਕ ਗੱਲ ਬਿਲਕੁਲ ਸਹੀ ਕਹੀ ਹੈ ਕਿ 108 ਜਿਹੜੀ ਸਰਵਿਸ ਹੈਗੀ ਆ ਇਹ ਐਮਰਜੈਂਸੀ ਸਰਵਿਸ ਹੈਗੀ ਆ ਔਰ ਇਹ ਉਹਨਾਂ ਲੋਕਾਂ ਲਈ ਹੈ ਜਿੱਥੇ ਜਾਨ ਮਰਨ ਦੀ ਜਿਹੜੀ ਮਤਲਬ ਕਿ ਗੱਲ ਹੈ ਉਹ ਬਚ ਸਕੇ। ਜਾਨ ਨੂੰ ਬਚਾਉਣ ਲਈ ਇਹ ਸਰਵਿਸ ਸ਼ੁਰੂ ਕੀਤੀ ਗਈ ਹੈ, ਮੁਫਤ ਸਰਵਿਸ ਹੈ, ਇਸ ਦੇ ਉੱਤੇ ਕੋਈ ਚਾਰजेस ਨਹੀਂ ਹੈ। ਇਹ ਸਾਰੇ ਚਾਰजेस ਹਾਲਾਂਕਿ ਲੋਕਾਂ ਦੇ ਟੈਕਸ ਦੇ ਚਾਰजेस ਹੈ, ਪਰ ਪੰਜਾਬ ਸਰਕਾਰ ਇਹ ਬੇਅਰ ਕਰ ਰਹੀ ਆ। ਇਸ ਕਰਕੇ ਅਗਰ ਅਸੀਂ ਕਿਸੇ ਤਰ੍ਹਾਂ ਦੀ ਕੋਈ ਮਤਲਬ ਕਿ ਐਮਰਜੈਂਸੀ ਨਹੀਂ ਹੈ ਔਰ ਅਸੀਂ ਕਾਲ ਕਰਦੇ ਹਾਂ ਤਾਂ ਉਸ ਬੰਦੇ ਨੂੰ ਨੁਕਸਾਨ ਹੋ ਸਕਦਾ ਹੈ ਜਿਹਨੂੰ ਐਮਰਜੈਂਸੀ ਹੈਗੀ ਆ। ਇਸ ਕਰਕੇ ਇਸ ਤਰ੍ਹਾਂ ਦੀ ਜਿਸ ਟਾਈਮ ਲੋੜ ਨਹੀਂ ਹੈ ਤਾਂ ਇਸ ਤਰ੍ਹਾਂ 108 ਨੂੰ ਕਾਲ ਨਹੀਂ ਕਰਨੀ ਚਾਹੀਦੀ। ਔਰ ਇਹੀ ਗੱਲ ਜਿਹੜੀ ਹੈ ਮਨੀਸ਼ ਬਤਰਾ ਜੀ ਨੇ ਕਹੀ ਆ ਔਰ ਮੈਨੂੰ ਲੱਗਦਾ ਆਪਾਂ ਸਭ ਨੂੰ ਇਹ ਗੱਲ ਫਾਲੋ ਜ਼ਰੂਰ ਕਰਨਾ ਚਾਹੀਦਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਜਾਬ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ, ਚੰਡੀਗੜ੍ਹ ਤੋਂ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਦਾ ਲਈ ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।